मोदी सरकार इन्नी ढीठ है कि वो हजा भी पता नहीं किस गुरूर च बैठी है कि किसान उठ के चले जाएंगे। पर आ बहम जिहड़ा है मोदी साहब का निकल जाना चाहिए कि किसान अपने आप उठ के घरे चल जाएंगे। नमस्कार, आप देख रहे हैं सिटी हलचल। मैं संजना चोपड़ा। कृषि बिलों का विरोध कर रहे किसान मोर्चा के आह्वान पर आज भारत बंद की अपील को उपमंडल नंगल में कोई समर्थन नहीं मिला और उपमंडल नंगल के अधीन पड़ते समस्त क्षेत्रों के बाजार आज भी आम दिनों की तरह ही खुले रहे। हालांकि किसान संगठनों ने जबरदस्ती बंद करवाने का प्रयास भी नहीं किया, लेकिन नंगल श्री अनंतपुर साहिब मुख्य मार्ग को 2 घंटे के लिए जाम कर धरना प्रदर्शन करते हुए केंद्र सरकार के खिलाफ जरूर नारेबाजी की गई। देखें सिटी हलचल की है रिपोर्ट। नंगल श्री अनंतपुर साहिब मुख्य मार्ग पर धरने पे बैठे जो किसान दिल्ली में कृषि बिलों के विरोध में लगातार बीते 4 महीनों से धरने पर बैठे संयुक्त किसान मोर्चा के आह्वान पर आज केंद्र सरकार के खिलाफ रोष प्रदर्शन करते हुए केंद्र सरकार द्वारा पारित किए गए तीनों कृषि बिलों को वापस लेने की मांग कर रहे हैं। इस दौरान इन लोगों ने 2 घंटे के लिए नंगल श्री अनंतपुर साहिब मुख्य मार्ग को जाम भी किए रखा। धरने पर बैठे किसान नेताओं ने कहा कि कृषि बिलों से मात्र किसान ही नहीं आम वर्ग भी प्रभावित होगा, इसलिए हम केंद्र सरकार से हठधर्मी छोड़ तीनों कृषि बिल वापस लेने व MSP को लिखित रूप से मंजूर करने की मांग उठा रहे हैं। और इन लोगों ने कहा कि जब तक केंद्र सरकार उनकी इन मांगों को पूरा नहीं करता तब तक उनका संघर्ष जारी रहेगा। सिटी हलचल से बात करते किसान नेता सुरजीत सिंह ने क्या कहा, पहले जे सुने। ਜਿਹੜਾ ਅੱਜ ਹੀ ਰੋਸ ਪ੍ਰਦਰਸ਼ਨ ਕਰ ਰਹੇ ਹੋ, ਹਾਲਾਂਕਿ ਰਸਤੇ ਜਾਮ ਕਰਨ ਦੇ ਇਨਕਾਰ ਸੀ, ਫਿਰ ਰਸਤੇ ਜਾਮ ਨਹੀਂ ਕੀਤੇ ਜਾਊ, ਤੁਸੀਂ ਅੱਜ ਵੀ ਰਸਤੇ ਜਾਮ ਕੀਤੇ, ਦੱਸੋ। ਰਸਤੇ ਜਾਮ ਦਾ ਇਹ ਹੈ ਸਾਡਾ ਵੀ ਹੋਲੇ ਦੀ ਜਿਹੜੀਆਂ ਸੰਗਤਾਂ ਹੈ ਉਹਨਾਂ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਤਾਂ ਕਰਕੇ ਕੀਤਾ ਗਿਆ। ਪਰ ਅੱਜ ਸਮੁੱਚਾ ਭਾਰਤ ਬੰਦ ਦਾ ਜਿਹੜਾ ਸੰਯੁਕਤ ਮੋਰਚੇ ਵੱਲੋਂ ਸੱਦਾ ਦਿੱਤਾ ਕਿ ਅੰਦੋਲਨ ਕਰਦਿਆਂ ਨੂੰ ਸਾਨੂੰ 4 ਮਹੀਨੇ ਅੱਜ ਜਿਹੜੇ ਪੂਰੇ ਹੋ ਗਏ ਆ, ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਕਿਉਂਕਿ ਮੋਦੀ ਦੀ ਸਰਕਾਰ ਹੈ ਜਿਹੜੀ ਉਹ ਟਸ ਤੋਂ ਮਸ ਨਹੀਂ ਹੋਇਆ ਕਰਦੀ ਔਰ ਕਿਸਾਨਾਂ ਦੇ ਬਿੱਲ ਹੈ ਜਿਹੜੇ ਉਹ ਪਾਸ ਕੀਤੇ ਉਹ ਕਿਸਾਨੀ ਲਈ ਫਾਂਸੀ ਦਾ ਫੰਦਾ ਹੈ। ਜੋ ਮਜ਼ਦੂਰਾਂ ਲਈ 4 ਕਰੋੜ ਲਾਗੂ ਕੀਤੇ ਆ ਉਹ ਮਜ਼ਦੂਰਾਂ ਲਈ ਬਰਬਾਦੀ ਦਾ ਰਾਹ ਹੈ। ਇਸ ਕਰਕੇ ਦੇਸ਼ ਹੈ ਜਿਹੜਾ ਸਾਡਾ ਉਹ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਵੇਚ ਰਹੀ ਹੈ, ਜਿਹਦੇ ਖਿਲਾਫ ਅੱਜ ਸਮੁੱਚੇ ਲੋਕਾਂ ਦੇ ਅੰਦਰ ਰੋਸ ਹੈ। ਸੰਯੁਕਤ ਮੋਰਚੇ ਦਾ ਅੱਜ ਸਾਰੇ ਥਾਂ ਤੇ ਅਸੀਂ ਟਰਾਂਸਪੋਰਟ ਵੀ ਬੰਦ ਕੀਤੀ ਹੈ, ਰੇਲਾਂ ਵੀ ਬੰਦ ਕੀਤੀਆਂ, ਹਵਾਈ ਜਹਾਜ਼ ਵੀ ਬੰਦ ਹੈ, ਸਕੂਲ ਕਾਲਜ ਵੀ ਅੱਜ ਬੰਦ ਹੈ, ਅੱਜ ਦੁਕਾਨਾਂ ਵੀ ਬੰਦ ਆ, ਆਮ ਜਿਹੜੇ ਵਹੀਕਲ ਹੈ ਸਾਰਾ ਕੁਝ ਅੱਜ ਬੰਦ ਹੈ। ਲੋਕੋ ਕਿਸਾਨਾਂ ਦੀ ਹਮਾਇਤ ਵਿੱਚ ਲੋਕ ਆਪ ਮੁਹਾਰੇ ਆ ਜਿਹੜੇ ਸੜਕਾਂ ਤੇ ਉਹ ਨਿਕਲ ਰਹੇ। ਸਾਡੇ ਦਾ ਇੱਥੇ ਹੋਲੇ ਮਹੱਲੇ ਕਰਕੇ ਜਿਹੜੀਆਂ ਥੋੜੀ ਬਹੁਤੀ ਛੋਟ ਹੈ ਜਿਹੜੀ ਉਹ ਦਿੱਤੀ ਗਈ ਹੈ। ਸੋ ਇਹ ਸਾਡਾ ਜਿਹੜਾ ਭਾਰਤ ਬੰਦ ਅੱਜ ਪੂਰਾ ਸਫਲ ਹੈ। ਇਹ ਜਿਹੜਾ ਥੋੜਾ ਭਾਰਤ ਬੰਦ ਨੂੰ ਸਮਰਥਨ ਨੰਗਲ 'ਚ ਕਿਉਂ ਨਹੀਂ ਮਿਲਦਾ? ਨੰਗਲ ਸਾਰੇ ਬਾਜ਼ਾਰ ਖੁੱਲੇ ਆ। ਨੰਗਲ 'ਚ ਮਿਲ ਲਿਆ ਸਾਨੂੰ ਜਦੋਂ ਪਹਿਲਾਂ ਅੰਦੋਲਨ ਹੋਏ ਮਿਲ ਰਿਹਾ, ਹੁਣ ਹੋਲੇ ਕਰਕੇ ਦੁਕਾਨਦਾਰਾਂ ਦੀਆਂ ਕੁਝ ਆਪਣੀਆਂ ਰੁਚੀਆਂ ਜਿਨ੍ਹਾਂ ਕਰਕੇ, ਪਰ ਅਸੀਂ ਇਹ ਉਹਨਾਂ ਨੂੰ ਵੀ ਸੱਦਾ ਦਿੰਦੇ ਆ ਕਿ ਆਪਣੀ ਜ਼ਮੀਰ ਨੂੰ ਜਗਾਓ। ਇਹ ਕਾਨੂੰਨ ਕੱਲੇ ਮਜ਼ਦੂਰ ਜਾਂ ਕਿਸਾਨ ਵਿਰੁੱਧ ਨਹੀਂ, ਇਹ ਦੁਕਾਨਦਾਰ ਵੀ ਵਿਰੋਧੀ ਹੈ ਕਿਉਂਕਿ ਜੋ ਮੋਦੀ ਬਾਹਰਲੇ ਮੁਲਕਾਂ ਦੇ ਨੀਤੀਆਂ ਲਿਆ ਰਹੇ ਆ ਉਹਨਾਂ ਨਾਲ ਜਿਹੜੇ ਛੋਟੇ ਦੁਕਾਨਦਾਰ ਉਹ ਮੇਰੇ ਵੀਰ ਖਤਮ ਹੋ ਜਾਣੇ। ਅੱਜ ਉਹਨਾਂ ਨੂੰ ਜੇ ਭੁਲੇਖਾ ਹੈ ਕਿ ਅਸੀਂ ਬਚ ਜਾਣਾ ਤਾਂ ਉਹਨਾਂ ਦੇ ਵੱਡੇ ਮਾਲ ਖੋਲ ਰਹੇ ਜਿੱਥੇ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਮਿਲ ਰਿਹਾ, ਆਨਲਾਈਨ ਸਾਨੂੰ ਸਮਾਨ ਮਿਲ ਰਿਹਾ। ਇਸ ਕਰਕੇ ਮੇਰੀ ਇਹਨਾਂ ਵੀਰਾਂ ਨੂੰ ਬੇਨਤੀ ਹੈ ਜਿਹੜਾ ਅੱਜ ਰੋਟੀ ਖਾਂਦਾ ਹੈ ਕਿ ਜੇ ਤੁਹਾਡੀ ਜ਼ਮੀਰ ਜਾਗਦੀ ਹੈ ਤਾਂ ਲਾਜ਼ਮਨ ਤੌਰ ਤੇ ਤੁਹਾਨੂੰ ਭਾਰਤ ਬੰਦ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਤੁਹਾਨੂੰ ਨਹੀਂ ਲੱਗਦਾ ਕਿ ਇਹ ਬੰਦ ਹੈ ਇਹਨੂੰ 2-4 ਦਿਨ ਅੱਗੇ ਕਰਨਾ ਚਾਹੀਦਾ ਸੀ ਕਿਉਂਕਿ ਹੋਲਾ ਮੁਹੱਲਾ ਮੇਲਾ ਚੱਲ ਰਿਹਾ? ਹੋਲਾ ਮਹੱਲਾ ਇਹ ਪੰਜਾਬ 'ਚ ਜ਼ਿਆਦਾ ਹੈ, ਬਾਕੀਆਂ ਦੀ ਹੋਲੀ ਹੈ ਜਿਹੜੀ ਉਹ ਮੇਰੇ ਖਿਆਲ 29 ਤਰੀਕ ਦੀ ਹੈ। ਇਸ ਕਰਕੇ ਤਰੀਕ ਹੈ ਜਿਹੜੀ ਪਹਿਲੇ ਮਿਥੀ ਹੈ ਔਰ 4 ਮਹੀਨੇ ਕਰਕੇ ਮਿਥੀ ਹੈ। ਇਹਦਾ ਪ੍ਰਭਾਵ ਜਿਹੜਾ नहीं जो संयुक्त मोर्चे ने जो फैसला किया था वो तो फुल चढ़ाने। इस मौके पर किसान नेता तरसेम सिंह भलड़ी ने सिटी हलचल से बात करते हुए क्या कहा, जे भी सुने। सर दसो जो धरना प्रदर्शन कर रहे हो उद्देश्य की है, मेन मकसद की है? देखो असी सारे भली भांति जानते हैं कि पिछले 4 महीने तो किसानी संघर्ष जिहड़ा पंजाब चो उठिया है 6 महीने पहला वो आज 4 महीने तो दिल्ली जा करके
ਧਰਨਾ ਲੱਗਿਆ ਹੋਇਆ, ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ 'ਚ ਪੰਜਾਬ ਤੋਂ ਹਰਿਆਣੇ ਚੱਲਿਆ। ਅੱਜ ਉਹ ਪੂਰੇ ਹਿੰਦੁਸਤਾਨ ਦਾ ਇੱਕ ਸੰਘਰਸ਼ ਬਣ ਚੁੱਕਿਆ, ਕਿਸਾਨੀ ਸੰਘਰਸ਼। ਅਗਲੀ ਗੱਲ ਇਹ ਹੈ ਕਿ ਮੋਦੀ ਸਰਕਾਰ ਇੰਨੀ ਢੀਠ ਹੈ ਕਿ ਉਹ ਹਜੇ ਵੀ ਪਤਾ ਨਹੀਂ ਕਿਸ ਗੁਰੂ 'ਚ ਬੈਠੀ ਹੈ ਕਿ ਕਿਸਾਨ ਉੱਠ ਕੇ ਚਲੇ ਜਾਣਗੇ। ਗੱਲ ਸੁਣਨ ਨੂੰ ਤਿਆਰ ਨਹੀਂ। ਜੇ ਕੁਝ 2-4 ਬੈਠਕਾਂ ਕਿਸਾਨਾਂ ਨਾਲ ਕੀਤੀਆਂ ਵੀ ਉਹਦਾ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ। ਪਰ ਆਹ ਵਹਿਮ ਜਿਹੜਾ ਹੈ ਮੋਦੀ ਸਾਹਿਬ ਦਾ ਨਿਕਲ ਜਾਣਾ ਚਾਹੀਦਾ ਕਿ ਕਿਸਾਨ ਆਪਣੇ ਆਪ ਉੱਠ ਕੇ ਘਰੇ ਚੱਲ ਜਾਣਗੇ। ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਦਿਨ ਪ੍ਰਤੀ ਦਿਨ ਚਾਹੇ ਕਿਸਾਨੀ ਆਪਣੇ ਰਜੀਮਾਂ 'ਚ ਫਸੀ ਆ ਕੇ ਵਾਢੀਆਂ ਆਉਣ ਵਾਲੀਆਂ ਕਈ ਕੁਛ ਹੈ, ਲੇਕਿਨ ਟਸ ਤੇ ਮਸ ਨਹੀਂ ਹੋ ਰਹੇ ਕਿਸਾਨ ਦਿੱਲੀ 'ਚ ਬੈਠੇ ਹੋਏ ਨਾ ਹੋਣਗੇ। ਸਰ ਇਹਦਾ ਕੀ ਹੱਲ ਲੱਗਦਾ ਤੁਹਾਨੂੰ? ਇਹਦਾ ਹੱਲ ਜਦੋਂ ਤੱਕ ਤਿੰਨੇ ਕਾਨੂੰਨ ਜਿਹੜੇ ਆ ਉਹ ਰੱਦ ਨਹੀਂ ਹੁੰਦੇ ਔਰ MSP ਜਿਹੜੀ ਹੈ ਉਹਦਾ ਇੱਕ ਕਾਨੂੰਨ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਇਹਦਾ ਹੱਲ ਕਿਸੇ ਨੇ ਮੰਨਣਾ ਨਹੀਂ। ਇਹ ਤੋਂ ਘੱਟ MSP ਤੇ ਸਰਕਾਰ ਤਿਆਰ ਮੰਨਣ ਨੂੰ, ਸਰਕਾਰ ਚਾਹੁੰਦੀ ਹੈ ਕੁਝ ਤੁਸੀਂ ਪਿੱਛੇ ਹਟੋ, ਕੁਝ ਅਸੀਂ ਪਿੱਛੇ ਦੇਖੋ MSP ਗੱਲਾਂ 'ਚ ਤਾਂ ਸਰਕਾਰ ਕਹਿ ਰਹੀ ਹੈ, ਲਿਖ ਕੇ ਦੇਣ ਨੂੰ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ। ਕੱਲ ਨੂੰ ਇਹ ਸਰਕਾਰ ਹੈ ਆਪਣਾ ਟਾਈਮ ਟਪਾ ਜਾਂਦੀ ਇਹਨਾਂ ਗੱਲਾਂ ਦੇ ਨਾਲ। ਨਵੀਂ ਕੋਈ ਸਰਕਾਰ ਆਉਂਦੀ ਹੈ ਉਹ ਕਹਿੰਦੀ ਅਸੀਂ ਨਹੀਂ, ਉਹਨਾਂ ਨਾਲ ਵਾਅਦਾ ਹੋਊਗਾ, ਅਸੀਂ ਕਿਆ ਜਾਣਦੇ ਤੁਹਾਡੇ ਇਸ ਵਾਅਦੇ ਨੂੰ। ਇਸ ਕਰਕੇ MSP ਦਾ ਵੀ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਲਾਗੂ। ਉਹ ਪੂਰੇ ਦੇਸ਼ ਦੀਆਂ ਹਰੇਕ ਸੂਬੇ ਦੇ ਕਿਸਾਨਾਂ ਨੂੰ ਉਹਦਾ ਫਾਇਦਾ ਹੋਊਗਾ, ਨਾ ਕਿ ਪੰਜਾਬ ਨੂੰ ਇਕੱਲੇ ਨੂੰ, ਨਾ ਹਰਿਆਣੇ ਨੂੰ। ਅੱਜ ਅਵਸਥਾ ਇਹ ਹੈ MSP ਦੀ ਕਿ ਉਂਗਲਾਂ ਤੇ ਗਿਣਨ ਵਾਲੇ 3-4 ਸੂਬੇ ਆ ਜਿੱਥੇ MSP ਮਿਲੀ ਹੈ ਕਿਸਾਨਾਂ ਨੂੰ। ਬਾਕੀ ਸਾਰਾ UP ਵਗੈਰਾ ਬਿਹਾਰ ਜਿਹੜਾ ਹੋਰ ਇਲਾਕੇ ਹੈਗੇ ਸਾਰੇ ਵਾਂਝੇ MSP ਤੋਂ। ਇਸ ਕਰਕੇ ਤੁਹਾਨੂੰ ਨਹੀਂ ਲੱਗਦਾ ਕਿ ਹੋਲਾ ਮੁਹੱਲਾ ਮੇਲਾ ਚੱਲ ਰਿਹਾ, ਜਿਹੜੇ ਜਾਮ ਤੁਸੀਂ ਅੱਜ ਲਾਇਆ ਇਹਨੂੰ 4 ਦਿਨ ਅੱਗੇ ਕੀਤਾ ਜਾ ਸਕਦਾ, ਮੇਲਾ ਖਤਮ ਹੋ ਜਾਂਦਾ? ਦੇਖੋ ਗੱਲ ਸੁਣੋ, ਇਹ ਸੰਯੁਕਤ ਮੋਰਚਾ ਜਿਹੜਾ ਉੱਥੇ ਬੈਠਾ ਹੈ ਉਹਦੀ ਲੀਡਰਸ਼ਿਪ ਬੈਠੀ ਹੈ, ਉਹ ਮੇਰੇ ਤੋਂ ਸਿਆਣੀ, ਮੈਂ ਉਹਨਾਂ ਤੋਂ ਜੂਨੀਅਰ ਹੈ। ਇੱਕ ਗੱਲ ਉਹਨਾਂ ਨੇ ਬੜੇ ਸੋਚ ਸਮਝ ਕੇ ਫੈਸਲਾ ਇਹ ਕੀਤਾ ਹੈ ਕਿਉਂਕਿ ਹੋਲਾ ਮਹੱਲਾ ਜਿਹੜਾ ਹੈਗਾ ਇਹ ਤਕਰੀਬਨ ਪੰਜਾਬ ਦਾ ਖਾਸ ਕਰਕੇ ਉਹ ਹੈ ਤਿਉਹਾਰ ਹੈ। ਇਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਅੰਦਰ ਫੈਸਲਾ ਕੀਤਾ, ਸਾਡੀ ਸਮੁੱਚੀ ਲੀਡਰਸ਼ਿਪ ਨੇ ਜ਼ਿਲ੍ਹੇ ਦੀ ਨਾ, ਕਿ ਅਸੀਂ ਜਾਮ ਨਹੀਂ ਲਾਣੇ ਕਿਉਂਕਿ ਬਾਹਰੋਂ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਅਨੰਦਪੁਰ ਸਾਹਿਬ ਤੇ ਉਹ ਫਿਰ ਉਹਨਾਂ ਨੂੰ ਰੁਕਾਵਟਾਂ ਪੈਦਾ ਹੁੰਦੀਆਂ। ਇਸ ਕਰਕੇ ਅਸੀਂ ਜਿਹੜਾ ਹੈਗਾ ਇਹ ਖੁੱਲ੍ਹਾ ਰੱਖਿਆ, ਜਾਮ ਅਸੀਂ ਰੋਪੜ 'ਚ ਕਿਤੇ ਨਹੀਂ ਲਾ ਰਹੇ ਹਾਂ। ਇੱਕ ਇਹ ਮਾਈਨਰ ਹੈ, ਕੁਛ ਨਹੀਂ, ਰਸਤਾ ਖੁੱਲ੍ਹਾ, ਇੱਥੇ ਕੋਈ ਵੱਡੀ ਗੱਲ ਨਹੀਂ। ਮੇਨ ਕਿਤੇ ਜਾਮ ਸਾਡਾ ਹੈ ਨਹੀਂ ਕੋਈ, ਇਹ ਹੈ। ਨੰਗਲ ਤੋਂ ਸਮਰਥਨ ਕਿਉਂ ਨਹੀਂ ਮਿਲਦਾ? ਨੰਗਲ ਸਾਰੇ ਬਾਜ਼ਾਰ ਖੁੱਲ੍ਹੇ ਆ। ਦੇਖੋ ਗੱਲ ਇਹ ਹੈ, ਵਪਾਰੀ ਲੋਕ ਹੈ, ਹੈਂਡ ਟੂ ਮਾਊਥ ਹੈ ਸਾਰੇ। ਅਸੀਂ ਉਹਨਾਂ ਦਾ ਇਹ ਨਹੀਂ ਕਰਦੇ ਵੀ ਉਹਨਾਂ ਨੇ ਠੀਕ ਨਹੀਂ ਕਰ ਰਹੇ ਉਹ ਸਭ ਕੁਝ ਜਾਣਦੇ ਆ ਵੀ ਇਹ ਬਿਮਾਰੀ ਦਾ ਹੱਲ ਕਿਆ ਹੈ। ਇਸ ਦੇ ਲਈ ਕਿਸਾਨ ਲੋਕ ਜਿਹੜੇ ਜਾਂ ਮਜ਼ਦੂਰ ਲੋਕ ਜਿਹੜੀ ਜਮਾਤ ਉਹ ਲੜ ਰਹੀ ਹੈ। ਪਰ ਹੁਣ ਜਿਹੜੇ ਦੁਕਾਨਦਾਰ ਹੈ, ਛੋਟੇ ਦੁਕਾਨਦਾਰ ਹੈ, ਰੋਜ਼ ਦਾ ਬੰਦ ਜਿਹੜਾ ਹੈ ਇਹ ਵੀ ਇੱਕ ਰੋਜ਼ ਜਿਹੜਾ ਜਿਹਨੇ ਕਮਾਣਾ ਖਾਣਾ ਉਹਦੇ ਵਾਸਤੇ ਔਖੀ ਗੱਲ ਹੈ। ਅਸੀਂ ਵੀ ਸਮਝਦੇ ਹਾਂ, ਸਾਡੀ ਕਿਸਾਨ ਲੀਡਰਸ਼ਿਪ ਵੀ ਸਮਝਦੀ ਹੈ ਔਰ ਉਹ ਵੀ ਸਮਝਦੇ ਆ। ਇਸ ਕਰਕੇ ਕੁਝ ਰਿਆਇਤਾਂ ਜਿਹੜੀਆਂ ਹੈਗੀਆਂ ਇਹ ਢਿੱਲਾਂ ਦਿੱਤੀਆਂ ਹੋਈਆਂ, ਪਰ ਇਹਦਾ ਮਤਲਬ ਇਹ नहीं है कि कोई संगठन ਜਿਹੜਾ है कमजोर हो गया है, ऐसी कोई गल नहीं हैगी है। उधर नंगल पुलिस के थाना प्रभारी इंस्पेक्टर पवन चौधरी ने इस धरने की सूचना मिलते ही समझदारी दिखाते हुए श्री अनंतपुर साहिब की ओर जाने वाले श्री अनंतपुर साहिब से ऊना की ओर आने वाले वाहन चालकों व अन्य लोगों को वाया रेलवे रोड होते हुए भेजना शुरू कर दिया था, जिस कारण उक्त मार्ग पर अधिक जाम नहीं लगा। सुने क्या कहा थाना प्रभारी इंस्पेक्टर पवन चौधरी ने। इस तरह है कि पंजाब च अज किसानों वालों बंद की घाल सी, सो नंगल च भी कामरेड सरजीत सिंह की अगवाई हेठ इत्थे प्रोटेस्ट चलिया, प्रोटेस्ट पीसफुल चलिया। असीं इन्हां नूं रिक्वेस्ट कीती है कि अपना संबॉलिक जिहड़ा प्रदर्शन खत्म करके जल्दी जिहड़ा इहनूं समाप्त कर लैण तां जो लोकां नूं कोई परेशानी नहीं। सर होर पासे ऑल ओवर पीसफुल चल रहा, असीं डिवर्सन कराइयां होईयां। इससे पहले किसान संगठनों द्वारा अड्डा मार्केट से धरना स्थल तक रोष मार्च निकाला और जमकर नारेबाजी भी की। किसानों के इस बंद को उपमंडल नंगल में कोई समर्थन नहीं मिला। उपमंडल नंगल के अधीन पड़ते विभिन्न बाजारों की दुकानें आम दिनों की तरह खुली रही और जनजीवन भी आम दिनों की तरह सामान्य रूप से चलता रहा। सिटी हलचल के लिए नंगल से करण चोपड़ा के साथ अशोक चोपड़ा की रिपोर्ट। वसीम गारमेंट मेन मार्केट वाली दुकान बदलकर अब नंगल भाखड़ा मुख्य मार्ग पर खुल गई है। यहाँ आपको मिलेंगे बच्चों से लेकर लेडीज व जेंट्स के एक से बढ़कर एक खूबसूरत डिजाइनों के ब्रांडेड कपड़े, वह भी होलसेल रेट पर। तो जरूर एक बार सेवा का मौका दे, क्योंकि एक बार आओगे तो बार बार आओगे, यह दावा है वसीम गारमेंट्स का।
मशीन गारमेंट 82 हिलव्यू एनक्लेव भाखड़ा रोड। संपर्क करें फोन नंबर 94 631 94 376 85 560 88 974। ਸਾਰੇ ਨਗਰ ਨਿਵਾਸੀ ਅਰਦਾਸ ਬੇਨਤੀ ਕਰਦੇ ਆ ਕਿ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਔਰ ਬਾਜ਼ਾਰ ਨਾਲੋਂ ਸਸਤੇ ਦਾਮ ਤੇ ਹਰ ਆਈਟਮ ਮਿਲੇਗੀ। इस कार्यक्रम के प्रायोजक थे बापू गंगादास जी टीवीएस शोरूम कीरतपुर साहिब। यहाँ से टीवीएस की कोई भी गाड़ी खरीदने पर मिलेंगे 3 आकर्षक उपहार। नकद गाड़ी खरीदने पर 2500 रुपए की छूट, फाइनेंस की सुविधा उपलब्ध, 4100 का भुगतान कर कोई भी गाड़ी ले जाएं अपने घर, 5 साल की इंश्योरेंस, 5 साल की वारंटी व 2 साल तक निःशुल्क सर्विस की सुविधा के साथ और भी कई लाभ पाएं। यह मौका हाथ से न जाने दें और पहुंचे टीवीएस गाड़ी खरीदने के लिए टीवीएस शोरूम बापू गंगादास जी कीरतपुर साहिब।